ਹਾਈਵੇ ਪ੍ਰੋਜੈਕਟ ਚੱਲ ਰਿਹਾ ਸੀਗਾ ਪਰ ਰੇਤਾ ਨਾ ਬਣਨ ਕਰਕੇ ਜਿਹੜੇ ਪ੍ਰੋਜੈਕਟ ਬੰਦ ਹੋ ਗਏ ਨੇ। ਕਿੰਨਾ ਕੁ ਨੁਕਸਾਨ ਹੋ ਰਿਹਾ ਜੀ ਗੱਡੀਆਂ ਦਾ? ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ। ਲੋਕ ਇੰਨੇ ਜ਼ਿਆਦਾ ਤੰਗ ਨੇ ਕਿ ਕੁਝ ਦੱਸ ਮੂੰਹ ਬੋਲ ਨਹੀਂ ਸਕਦੇ ਕਿ ਪ੍ਰਸ਼ਾਸਨ ਦੀ ਪਾਵਰ ਤੋਂ ਡਰਦੇ ਨੇ ਲੋਕ। ਪਰ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ, ਲੋਕਾਂ ਦੇ ਸੰਦ ਸਾਰੇ ਟੁੱਟ ਖਰਾਬ ਹੋ ਰਹੇ ਨੇ। ਲੱਖਾਂ ਰੁਪਏ ਦੇ ਸੰਦ ਲੋਕਾਂ ਦੇ ਖਰਾਬ ਹੋ ਰਹੇ ਨੇ। ਸਰ ਇਹ ਕੰਮ ਨੂੰ ਕੰਪਲੀਟ ਕਰਨ ਦੇ ਟੋਟਲ ਟਾਈਮ 18 ਮਹੀਨੇ ਹੈ, ਜਿਹਦੇ ਵਿੱਚੋਂ ਕੋਈ ਹੁਣ ਲਗਭਗ 5-6 ਮਹੀਨੇ ਚਲੇ ਜਾ ਚੁੱਕੇ हैं, ਲੇਕਿਨ ਅਸੀਂ ਲਗਭਗ 35-40% ਕੰਮ ਖਤਮ ਵੀ ਕਰ ਚੁੱਕੇ ਹਾਂ। ਔਰ ਤੁਸੀਂ ਇਹ ਦੇਖੋ ਕਿ ਪਿਛਲੇ 3-4 ਮਹੀਨਿਆਂ ਤੋਂ ਸਾਡਾ ਕੰਮ ਬਿਲਕੁਲ ਬੰਦ ਹੈ। ਪਹਿਲੇ 2 ਮਹੀਨੇ ਬਰਸਾਤ ਦੀ ਵਜ੍ਹਾ ਨਾਲ ਬੰਦ ਰਿਹਾ, ਉਹ ਬਰਸਾਤ ਤੋਂ ਬਾਅਦ 2 ਮਹੀਨੇ ਤੋਂ ਫਿਰ ਮਾਈਨਿੰਗ ਦੀ ਕੋਈ ਪਾਲਿਸੀ ਕਲੀਅਰ ਨਹੀਂ ਹੋਣ ਲੱਗ ਕਰਕੇ ਇਹ ਮਟੀਰੀਅਲ ਸਾਨੂੰ ਨਹੀਂ ਮਿਲ ਰਿਹਾ। ਇਸ ਵਜ੍ਹਾ ਨਾਲ ਪਿਛਲੇ 4 ਮਹੀਨਿਆਂ ਤੋਂ ਕੰਮ ਬੰਦ ਹੈ। ਧੁੰਦਾਂ ਆ ਰਹੀਆਂ, ਤੁਹਾਨੂੰ ਪਤਾ 1 ਮਹੀਨੇ ਤੱਕ ਧੁੰਦਾਂ ਦਾ ਸੀਜ਼ਨ ਆ ਰਿਹਾ ਹੈ। ਇੱਥੇ ਖੱਡੇ ਬਚਾਉਂਦੇ ਲੋਕ ਇੱਕ ਦੂਜੇ ਵਿੱਚ ਵੱਜਣਗੇ, ਜਾਨੀ ਨੁਕਸਾਨ ਹੋਏਗਾ। ਸਭ ਤੋਂ ਵੱਡੀ ਜ਼ਰੂਰੀ ਜਾਨ ਆ। ਜੇ ਤਾਂ ਇੱਕ ਬੰਦਾ ਕਮਾਉਣ ਵਾਲਾ ਅਗਰ ਉਹਦੀ ਜਾਨ ਹੀ ਚਲੀ ਜਾਵੇ ਤੇ ਆਪਾਂ ਕੀ ਕਰਾਂਗੇ? ਸਰ ਮੇਰੀ ਲੇਬਰ ਸਟਾਫ ਮੈਨੂੰ ਇਹ ਹੈ ਕਿ ਪਾਲਿਸੀ ਅੱਜ ਕਲੀਅਰ ਹੋ ਜਾਏਗੀ, ਕੱਲ੍ਹ ਕਲੀਅਰ ਹੋ ਜਾਏਗੀ। ਮੈਂ ਕਿਸੇ ਨੂੰ ਵੀ ਆਪਣੇ ਕੰਮ ਤੋਂ ਆਫ ਨਹੀਂ ਕੀਤਾ। ਮੈਨੂੰ ਤਾਂ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਕਿ ਮੈਂ ਪਿਛਲੇ 2 ਮਹੀਨੇ ਤੋਂ ਮਾਈਨਿੰਗ ਦੀ ਵਜ੍ਹਾ ਨਾਲ ਸਾਰੇ ਲੋਕਾਂ ਨੂੰ ਵਿਹਲੇ ਬੈਠ ਕੇ ਹੀ ਸੈਲਰੀ ਦੇ ਰਿਹਾ ਤੇ ਤੁਸੀਂ ਮੇਰੀ ਜਿੰਨੀ ਮਸ਼ੀਨਰੀ ਦੇਖ ਰਹੇ ਹੋ ਇਹ ਸਾਰੀ ਖਾਲੀ ਖੜੀ ਹੈ ਤੇ ਇਸ ਕਰਕੇ ਮੈਨੂੰ ਤਾਂ ਹਰ ਮਹੀਨੇ ਲਗਾਤਾਰ ਨੁਕਸਾਨ ਹੋ ਹੀ ਰਿਹਾ। ਔਰ ਮੈਂ ਇਹ ਚਾਹੁੰਦਾ ਕਿ ਕੰਮ ਜਲਦੀ ਤੋਂ ਜਲਦੀ ਵੀ ਖਤਮ ਹੋ ਜਾਏ। ਲੋਕਾਂ ਨੂੰ ਰਾਹਤ ਕਦੋਂ ਤੱਕ ਮਿਲੇਗੀ ਜੇ ਇਦਾਂ ਹੀ ਇਸੇ ਤਰੀਕੇ ਨਾਲ ਚੱਲਦਾ ਰਿਹਾ? ਤੇ ਲੋਕਾਂ ਦੀ ਰਾਹਤ, ਕਿਉਂਕਿ ਅੱਗੇ ਕਿਸਾਨਾਂ ਦਾ ਜਿਹੜਾ ਟਾਈਮ ਆ, ਗੰਨੇ ਦੀ ਫਸਲ ਜਿਹੜੀ ਆ ਜਾਣੀ ਆ, ਵੱਡੀ ਮੁਸ਼ਕਲ ਆਉਣੀ ਆ ਕਿ ਕਿਸਾਨਾਂ ਨੇ ਫਸਲ ਲੈ ਕੇ ਆਉਣੀ ਹੈ ਇਸ ਰੋਡ ਰਾਹੀਂ। ਸਰ ਗੱਲ ਇਹ ਹੈ ਕਿ ਲੋਕਾਂ ਨੂੰ ਰਾਹਤ ਜੀ ਜਿੱਥੋਂ ਤੱਕ ਗੱਲ ਹੈ, ਕੰਮ ਕੰਪਲੀਟ ਕਰਨਾ ਤਾਂ ਮਟੀਰੀਅਲ ਤੋਂ ਬਿਨਾਂ ਮੇਰੇ ਲਈ ਅਸੰਭਵ ਹੀ ਹੈ। ਲੇਕਿਨ ਜਿੱਥੇ ਤੱਕ ਲੋਕਾਂ ਦਾ, ਮੈਂ ਇਹ ਤੁਹਾਡੇ ਕੈਮਰੇ ਤੋਂ, ਤੁਹਾਡੇ ਮਾਧਿਅਮ ਤੋਂ ਮੈਂ ਵਚਨਬੱਧ ਹਾਂ ਕਿ ਮੈਂ ਜਿੱਥੇ ਤੱਕ ਮੇਰਾ ਹੋਊਗਾ ਮੈਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿਆਂਗਾ। ਮੈਂ ਖੱਡੇ ਚਾਹੇ ਜੋ ਮੇਰੇ ਕੋਲ ਇੱਥੇ ਮਟੀਰੀਅਲ ਮੈਂ ਖੱਡੇ ਭਰਾਂਗਾ, ਗੰਨੇ ਦਾ ਸੀਜ਼ਨ ਚੱਲਣ ਵਾਲਾ ਉਹ ਗੰਨੇ ਕਰਾਂਗਾ। ਜਿਹੜੇ ਮੇਰੇ ਸਟਰਕਚਰ ਨਹੀਂ ਚੱਲਦੇ ਮੈਂ ਉੱਥੇ ਪ੍ਰੋਪਰ ਸੇਫਟੀ ਕੀਤੀ ਵੀ ਹੋਈ ਤਾਂ ਤੇ ਫਿਊਚਰ 'ਚ ਕਰਕੇ ਵੀ ਰੱਖਾਂਗਾ ਤਾਂ ਕਿ ਆਉਣ ਵੇਲੇ ਕੋਈ ਕਿਸੇ ਨੂੰ ਪ੍ਰੋਬਲਮ ਨਾ ਆਵੇ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਜੀਤ ਸਿੰਘ। ਦਰਸ਼ਕੋ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ 3 ਮਹੀਨਿਆਂ ਤੋਂ ਰੇਤ ਦੀ ਪਾਲਿਸੀ ਜਿਹੜੀ ਬੰਦ ਹੋਈ ਆ, ਰੇਤ ਜਿਹੜੀ ਬੰਦ ਹੋਈ ਆ ਉਸ ਦੇ ਨਾਲ ਲਗਾਤਾਰ ਲੋਕਾਂ ਦਾ ਖਾਸਾ ਨੁਕਸਾਨ ਹੋ ਰਿਹਾ ਕਿ ਲੋਕ ਜਿਹੜੇ ਨੇ ਮਕਾਨ ਬਣਾਉਣ ਤੋਂ ਆਤਰ ਹੋਏ ਨੇ। ਉੱਥੇ ਹੀ ਨਾਲ ਜੇ ਗੱਲ ਕਰੀਏ ਤੇ ਹਾਈਵੇ ਪ੍ਰੋਜੈਕਟ ਵੀ ਲਗਾਤਾਰ ਬੰਦ ਪਏ ਨੇ। ਤੁਹਾਨੂੰ ਅਸੀਂ ਵਿਖਾ ਰਹੇ ਹਾਂ ਨੈਸ਼ਨਲ ਹਾਈਵੇ ਜਿੱਥੇ ਕਿ ਅਸੀਂ ਲੈ ਕੇ ਆਏ ਹਾਂ ਅੰਤਰਰਾਸ਼ਟਰੀ ਏਅਰਪੋਰਟ ਰਾਜਸਥਾਨ ਤੋਂ ਸ਼ੁਰੂ ਹੋ ਕੇ ਜਿਹੜਾ ਵਾਇਆ ਰਮਦਾਸ ਤੋਂ ਕਰਤਾਰਪੁਰ ਕੋਰੀਡੋਰ ਨੂੰ ਜੋੜਦਾ ਹੋਇਆ ਹਾਈਵੇ ਜਿਹੜਾ ਨਵਾਂ ਬਣਨਾ ਸੀ ਉਹਦਾ ਪ੍ਰੋਜੈਕਟ ਚੱਲ ਰਿਹਾ ਸੀ। ਲਗਾਤਾਰ ਪਿਛਲੇ ਮਾਰਚ ਮਹੀਨੇ ਤੋਂ ਕੰਮ ਚੱਲ ਰਿਹਾ ਸੀ। ਲਗਾਤਾਰ ਕੰਮ ਚੱਲਣ ਤੋਂ ਬਾਅਦ ਵਿੱਚ ਰੇਤਾ ਬੰਦ ਹੋਣ ਕਾਰਨ ਜਿਹੜਾ ਕੰਮ ਬਿਲਕੁਲ ਉਸ ਦਾ ਉੱਥੇ ਠੱਪ ਹੋ ਗਿਆ। ਖਾਸਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਪੈ ਰਿਹਾ। ਚਾਰੇ ਪਾਸੇ ਗੱਡੀਆਂ ਲੰਘ ਰਹੀਆਂ ਨੇ, ਘੱਟਾ ਉੱਡ ਰਿਹਾ ਹੈ। ਜਿਹੜੇ ਲੋਕ ਆ ਜਾ ਰਹੇ ਨੇ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਹੈ। ਮਹਿੰਗੇ ਭਾਅ ਦੀਆਂ ਗੱਡੀਆਂ ਟੁੱਟ ਰਹੀਆਂ ਨੇ, ਬਹੁਤ ਵੱਡਾ ਨੁਕਸਾਨ ਹੋ ਰਿਹਾ। ਜੇ ਗੱਲ ਕਰੀਏ ਤੇ ਲਗਾਤਾਰ ਹੀ ਹੁਣ ਇਸ ਰਸਤੇ ਦੇ ਵਿੱਚ ਹੀ ਸ਼ੂਗਰ ਮਿਲ, ਗੰਨਾ ਮਿਲ ਪੈਂਦੀ ਹੈ, ਜਿਹੜੀ ਕਿ ਸ਼ੂਗਰ ਮਿਲ ਭਲਾ ਪਿੰਡ ਪੈਂਦੀ ਹੈ, ਜਿੱਥੇ ਕਿ ਲਗਾਤਾਰ ਗੰਨੇ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ। ਲੋਕਾਂ ਨੇ ਜਿਹੜਾ ਕਮਾਦ ਲੈ ਕੇ ਇੱਥੇ ਆਉਣਾ ਆ, ਪਰ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਆ ਰਿਹਾ ਕਿ ਜਿਹੜਾ ਇੱਥੇ ਕਮਾਦ ਨਾ ਹੋਣ ਕਰਕੇ ਜਿਹੜੀ ਪਰੇਸ਼ਾਨੀ ਆਏਗੀ ਕਿ ਰੋਡ ਨਾ ਬਣਨ ਕਰਕੇ ਜਿਹੜੇ ਟਰਾਲੀਆਂ ਪਲਟ ਸਕਦੀਆਂ ਨੇ, ਵੱਡਾ ਨੁਕਸਾਨ ਹੋ ਸਕਦਾ ਹੈ। ਸਾਡੇ ਨਾਲ ਇੱਥੇ ਵੀਰ ਕੁਝ ਰਸਤੇ ਰਾਹਗੀਰ ਵੀ ਹੈਗੇ ਨੇ, ਗੱਲ ਕਰਾਂਗੇ। ਹਾਂਜੀ ਵੀਰ ਜੀ, ਹਾਈਵੇ ਪ੍ਰੋਜੈਕਟ ਚੱਲ ਰਿਹਾ ਸੀਗਾ ਪਰ ਰੇਤਾ ਨਾ ਬਣਨ ਕਰਕੇ ਜਿਹੜੇ ਪ੍ਰੋਜੈਕਟ ਬੰਦ ਹੋ ਗਏ ਨੇ। ਕਿੰਨਾ ਕੁ ਨੁਕਸਾਨ ਹੋ ਰਿਹਾ ਜੀ ਗੱਡੀਆਂ ਦਾ? ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ। ਲੋਕ ਇੰਨੇ ਜ਼ਿਆਦਾ ਤੰਗ ਨੇ ਕਿ ਕੁਝ ਦੱਸ ਮੂੰਹ ਬੋਲ ਨਹੀਂ ਸਕਦੇ ਕਿ ਪ੍ਰਸ਼ਾਸਨ ਦੀ ਪਾਵਰ ਤੋਂ ਡਰਦੇ ਨੇ ਲੋਕ। ਪਰ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ, ਲੋਕਾਂ ਦੇ ਸੰਦ ਸਾਰੇ ਟੁੱਟ ਖਰਾਬ ਹੋ ਰਹੇ ਨੇ। ਲੱਖਾਂ ਰੁਪਏ ਦੇ ਸੰਦ ਲੋਕਾਂ ਦੇ ਖਰਾਬ ਹੋ ਰਹੇ ਨੇ। ਉੱਤੋਂ ਸਮੇਂ ਦੀ ਬਰਬਾਦੀ ਹੈ, ਜਿਹੜਾ ਕਿ ਬਹੁਤ ਬੜਮੁੱਲਾ ਸਮਾਂ ਲੋਕਾਂ ਦਾ ਖਰਾਬ ਹੋ ਰਿਹਾ। ਇਹਨੂੰ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਇਹਨੂੰ ਛੇਤੀ ਤੋਂ ਛੇਤੀ ਠੀਕ ਕਰਵਾਇਆ ਜਾਵੇ, ਕਿਸੇ ਪਲੈਨਿੰਗ ਨਾਲ ਕੰਮ ਕੀਤਾ ਜਾਵੇ। ਪਰ ਜੇ ਵੀਰ ਜੀ ਵੇਖੀ ਆਉਣ ਵਾਲੇ ਸਮੇਂ ਦੇ ਵਿੱਚ ਗੰਨਾ ਆ ਜਾਣਾ ਆ, ਕਿਸਾਨਾਂ ਨੂੰ ਵੀ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ। ਭਾਜੀ ਧੁੰਦਾਂ ਆ ਰਹੀਆਂ, ਤੁਹਾਨੂੰ ਪਤਾ 1 ਮਹੀਨੇ ਤੱਕ ਧੁੰਦਾਂ ਦਾ ਸੀਜ਼ਨ ਆ ਰਿਹਾ ਹੈ। ਇੱਥੇ ਖੱਡੇ ਬਚਾਉਂਦੇ ਲੋਕ ਇੱਕ ਦੂਜੇ ਵਿੱਚ ਵੱਜਣਗੇ, ਜਾਨੀ ਨੁਕਸਾਨ ਹੋਏਗਾ। ਸਭ ਤੋਂ ਵੱਡੀ ਜ਼ਰੂਰੀ ਜਾਨ ਆ। ਜੇ ਤਾਂ ਇੱਕ ਬੰਦਾ ਕਮਾਉਣ ਵਾਲਾ ਅਗਰ ਉਹਦੀ ਜਾਨ ਹੀ ਚਲੀ ਜਾਵੇ ਤੇ ਆਪਾਂ ਕੀ ਕਰਾਂਗੇ? ਪਰਿਵਾਰ ਖਤਮ ਹੋ ਜਾਏਗਾ ਜੇ ਬੰਦਾ ਕਮਾਉਣ ਵਾਲਾ ਹੀ ਚਲ ਗਿਆ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਛੇਤੀ ਤੋਂ ਛੇਤੀ ਇਸ ਨੂੰ ਇੱਕ ਪਾਸਾ ਬਣਾ ਦੇ ਦਿੱਤਾ ਜਾਵੇ ਜਾਂ ਜੋ ਲੋਕ ਦਾ ਆਉਣਾ ਜਾਣਾ ਸੌਖਾ ਹੋ ਜਾਵੇ। ਠੀਕ ਹੈ, ਤੁਸੀਂ ਵੇਖ ਰਹੇ ਹੋ ਕਿ ਲੋਕ ਵੀ ਇੱਥੇ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿ ਹਾਈਵੇ ਨਾ ਬਣਨ ਕਰਕੇ, ਰੋਡ ਨਾ ਬਣਨ ਕਰਕੇ ਰੇਤਾ ਨਹੀਂ ਮਿਲ ਰਹੀ, ਉਸ ਕਰਕੇ ਹਾਈਵੇ ਬੰਦ ਪਿਆ ਆ। ਅਸੀਂ ਹਾਈਵੇ ਪ੍ਰੋਜੈਕਟ ਵਾਲਿਆਂ ਨਾਲ ਗੱਲ ਕਰਾਂਗੇ, ਉਹਨਾਂ ਦਾ ਕੀ ਕਹਿਣਾ ਆ ਸਾਰੇ ਮਸਲੇ ਨੂੰ ਲੈ ਕੇ। ਕਿਉਂ ਪ੍ਰੋਜੈਕਟ ਰੁਕਿਆ ਹੋਇਆ, ਕਿਉਂ ਸੜਕਾਂ ਰੁਕ ਰਹੀਆਂ ਨੇ ਤੇ ਉਹਨਾਂ ਨੂੰ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ ਰੇਤ ਜਿਹੜੀ ਬੰਦ ਹੋਣ ਕਰਕੇ। ਸਾਡੇ ਨਾਲ ਹਾਈਵੇ ਪ੍ਰੋਜੈਕਟ ਦੇ ਪਰਮਜੀਤ ਸਿੰਘ ਜੀ ਮੌਜੂਦ ਨੇ, ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਹਾਂਜੀ ਸਰ, ਕੀ ਤੁਹਾਡੀ ਡੈਜ਼ਿਗਨੇਸ਼ਨ ਆ? ਤੁਸੀਂ ਇੱਥੇ
ਲਗਾਤਾਰ ਕੰਮ ਕਰਵਾ ਰਹੇ ਹੋ ਜਿਹੜਾ ਹਾਈਵੇ ਦਾ? ਮੇਰਾ ਨਾਮ ਪਰਮਜੀਤ ਸਿੰਘ ਹੈ ਜੀ। ਇਸ ਪ੍ਰੋਜੈਕਟ ਨੂੰ ਮੈਂ ਹੀ ਹੈੱਡ ਕਰ ਰਿਹਾ ਤੇ ਮੈਨੂੰ ਹੀ ਕੰਟਰੈਕਟ ਮਿਲਿਆ ਹੋਇਆ ਤੇ EPC ਕੰਟਰੈਕਟਰ ਕੋਈ ਹੋਰ ਹੈ, ਵਰਕਿੰਗ ਕੰਸਟਰਕਸ਼ਨ ਏਜੰਸੀ ਮੈਂ ਵਾ। ਪਰਮਜੀਤ ਸਿੰਘ ਜੀ, ਗੱਲ ਕਰੀਏ ਤੇ ਵੇਖ ਰਹੇ ਆ ਕਿ ਲੋਕ ਜਿਹੜੇ ਆ ਖਾਸੇ ਪਰੇਸ਼ਾਨ ਹੋ ਰਹੇ ਨੇ। ਜਿਹੜੀ ਕੱਟਾ ਮਿੱਟੀ ਉੱਡ ਰਹੀ ਆ, ਤਕਰੀਬਨ ਮਾਰਚ ਦੇ ਮਹੀਨੇ ਤੋਂ 22 ਤੋਂ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ, ਪਰ ਅੱਜ ਤੱਕ ਕੰਪਲੀਟ ਨਹੀਂ ਹੋਇਆ। ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਕਰਨਾ ਜੀ? ਸਰ, ਇਹ ਕੰਮ ਨੂੰ ਕੰਪਲੀਟ ਕਰਨ ਦੇ ਟੋਟਲ ਟਾਈਮ 18 ਮਹੀਨੇ ਹੈ, ਜਿਹਦੇ ਵਿੱਚੋਂ ਕੋਈ ਹੁਣ ਲਗਭਗ 5-6 ਮਹੀਨੇ ਚਲੇ ਜਾ ਚੁੱਕੇ हैं, ਲੇਕਿਨ ਅਸੀਂ ਲਗਭਗ 35-40% ਕੰਮ ਖਤਮ ਵੀ ਕਰ ਚੁੱਕੇ हैं। ਔਰ ਤੁਸੀਂ ਇਹ ਦੇਖੋ ਕਿ ਪਿਛਲੇ 3-4 ਮਹੀਨਿਆਂ ਤੋਂ ਸਾਡਾ ਕੰਮ ਬਿਲਕੁਲ ਬੰਦ ਹੈ। ਪਹਿਲੇ 2 ਮਹੀਨੇ ਬਰਸਾਤ ਦੀ ਵਜ੍ਹਾ ਨਾਲ ਬੰਦ ਰਿਹਾ, ਉਹ ਬਰਸਾਤ ਤੋਂ ਬਾਅਦ 2 ਮਹੀਨੇ ਤੋਂ ਫਿਰ ਮਾਈਨਿੰਗ ਦੀ ਕੋਈ ਪਾਲਿਸੀ ਕਲੀਅਰ ਨਹੀਂ ਹੋਣ ਲੱਗ ਕਰਕੇ ਇਹ ਮਟੀਰੀਅਲ ਸਾਨੂੰ ਨਹੀਂ ਮਿਲ ਰਿਹਾ। ਇਸ ਵਜ੍ਹਾ ਨਾਲ ਪਿਛਲੇ 4 ਮਹੀਨਿਆਂ ਤੋਂ ਕੰਮ ਬੰਦ ਹੈ। ਪਰ ਜੇ ਵੇਖਿਆ ਜਾਵੇ ਜਨਤਾ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ। ਮਟੀਰੀਅਲ ਦੀ ਜੇ ਗੱਲ ਕਰੀਏ ਤਾਂ ਮਟੀਰੀਅਲ ਕਿਹੜਾ ਮਟੀਰੀਅਲ ਇਸ ਵੇਲੇ ਜਿਹੜਾ ਬੰਦ ਪਿਆ ਹੈ? ਕਿਉਂਕਿ ਜੇ ਰੇਤ ਗੱਲ ਕਰੀਏ ਤਾਂ ਰੇਤ ਤਾਂ ਬਿਲਕੁਲ ਬੰਦ ਪਈ ਆ। ਹੋਰ ਕਿਹੜੇ ਮਟੀਰੀਅਲ ਦੀ ਜਿਹੜੀ ਤੁਹਾਨੂੰ ਤੰਗੀ ਆ ਰਹੀ ਹੈ ਜਿਹਦੇ ਕਰਕੇ ਰੋਡ ਦਾ ਜਿਹੜਾ ਪ੍ਰੋਜੈਕਟ ਰੁਕਿਆ ਹੈ? ਸਰ, ਰੋਡ ਦੇ ਵਿੱਚ ਸੀਮੈਂਟ ਸਟੀਲ ਨੂੰ ਛੱਡ ਕੇ ਬਾਕੀ ਐਗਰੀਗੇਟ ਲੱਗਦਾ ਹੈ, ਰੇਤ ਲੱਗਦੀ ਹੈ, ਸੈਂਡ ਲੱਗਦੀ ਹੈ, ਡਸਟ ਲੱਗਦੀ ਹੈ। ਇਹ ਤਿੰਨੋਂ-ਚਾਰੋਂ ਚੀਜ਼ਾਂ ਬਿਲਕੁਲ ਅਵੇਲੇਬਲ ਨਹੀਂ ਹੈਗੀਆਂ ਇਸ ਟਾਈਮ। ਠੀਕ, ਕਿੰਨੀ ਕੁ ਖਾਸ ਮੁਸ਼ਕਲ ਆ ਰਹੀ ਹੈ ਸਰ? ਕਿਉਂਕਿ ਜੇ ਆਪਾਂ ਵੇਖੀਏ ਵੱਡੀ ਇੰਡਸਟਰੀ ਲੱਗੀ ਹੈ ਇੱਥੇ, ਇਸ ਵੇਲੇ ਗੱਡੀਆਂ ਖੜੀਆਂ ਨੇ, ਡੀਜ਼ਲ ਚੱਲ ਰਿਹਾ ਵਾ, ਹੋਰ ਲੇਬਰ ਵੀ ਕੰਮ ਕਰ ਰਹੀ ਹੈ। ਕਿੰਨਾ ਕੁ ਜਿਹੜਾ ਲਾਸ ਹੋ ਰਿਹਾ ਤੁਹਾਨੂੰ? ਸਰ, ਮੇਰੀ ਲੇਬਰ ਸਟਾਫ ਮੈਨੂੰ ਇਹ ਹੈ ਕਿ ਪਾਲਿਸੀ ਅੱਜ ਕਲੀਅਰ ਹੋ ਜਾਏਗੀ, ਕੱਲ ਕਲੀਅਰ ਹੋ ਜਾਏਗੀ। ਮੈਂ ਕਿਸੇ ਨੂੰ ਵੀ ਆਪਣੇ ਕੰਮ ਤੋਂ ਆਫ ਨਹੀਂ ਕੀਤਾ। ਮੈਨੂੰ ਤਾਂ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਕਿ ਮੈਂ ਪਿਛਲੇ 2 ਮਹੀਨਿਆਂ ਤੋਂ ਮਾਈਨਿੰਗ ਦੀ ਵਜ੍ਹਾ ਨਾਲ ਸਾਰੇ ਲੋਕਾਂ ਨੂੰ ਵਿਹਲੇ ਬੈਠ ਕੇ ਹੀ ਸੈਲਰੀ ਦੇ ਰਿਹਾ। ਇਹ ਤੁਸੀਂ ਮੇਰੀ ਜਿੰਨੀ ਮਸ਼ੀਨਰੀ ਦੇਖ ਰਹੇ ਹੋ, ਇਹ ਸਾਰੀ ਖਾਲੀ ਖੜੀ ਹੈ ਤੇ ਇਸ ਕਰਕੇ ਮੈਨੂੰ ਤਾਂ ਹਰ ਮਹੀਨੇ ਲਗਾਤਾਰ ਨੁਕਸਾਨ ਹੋ ਹੀ ਰਿਹਾ। ਔਰ ਮੈਂ ਇਹ ਚਾਹੁੰਦਾ ਕਿ ਕੰਮ ਜਲਦੀ ਤੋਂ ਜਲਦੀ ਵੀ ਖਤਮ ਹੋ ਜਾਏ, ਲੇਕਿਨ ਜਦੋਂ ਤੱਕ ਮਟੀਰੀਅਲ ਦੀ ਪਾਲਿਸੀ ਕਲੀਅਰ ਨਹੀਂ ਹੁੰਦੀ ਉਦੋਂ ਤੱਕ ਕਰਨਾ ਬਹੁਤ ਮੁਸ਼ਕਲ ਹੈ। ਪਰ ਜਿੱਦਾਂ ਤੁਸੀਂ ਦੱਸਿਆ ਕਿ 18 ਮਹੀਨਿਆਂ ਦਾ ਪ੍ਰੋਜੈਕਟ ਸੀਗਾ, ਪਰ ਲਗਾਤਾਰ ਦੇਖ ਰਿਹਾ ਕਿ ਰੇਤ ਕਾਫੀ ਦੇਰ ਤੋਂ ਬੰਦ ਆ, ਹੱਲੇ ਵੀ ਨਹੀਂ ਚੱਲ ਰਹੀ। ਤਕਰੀਬਨ ਜਿਹੜਾ ਕੰਕਰੀਟ ਆ ਉਹ ਵੀ ਨਹੀਂ ਆ ਰਿਹਾ, ਕਿਉਂਕਿ ਪਠਾਨਕੋਟ ਤੋਂ ਵੀ ਜਿਹੜੇ ਆ ਹਾਈ ਕੋਰਟ ਵੱਲੋਂ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਵੀ ਕਿਸੇ ਤਰ੍ਹਾਂ ਦੀ ਮਾਈਨਿੰਗ ਨਹੀਂ ਹੋਊਗੀ। ਉਸ ਨਾਲ ਕਿੰਨਾ ਕੁ ਨੁਕਸਾਨ ਹੋ ਰਿਹਾ? ਜੇ ਉਹ ਹੱਲੇ ਵੀ ਬੰਦ ਹੁੰਦਾ, ਜਲਦੀ ਨਹੀਂ ਚੱਲਦਾ, ਤੇ ਫਿਰ ਤੁਹਾਡਾ ਕਿੰਨਾ ਕੁ ਨੁਕਸਾਨ ਹੋਏਗਾ? ਸਰ, ਨੁਕਸਾਨ ਤਾਂ ਇਹ ਹੈ ਕਿ ਪ੍ਰੋਜੈਕਟ ਦੀ ਕਾਸਟ ਡੇ ਬਾਈ ਡੇ ਵੱਧਦੀ ਜਾ ਰਹੀ ਹੈ ਔਰ ਡੀਜ਼ਲ ਉਹ ਸਾਰੀਆਂ ਚੀਜ਼ਾਂ ਜਿਹੜੇ ਮੇਰੇ ਤੇ ਬਾਅਦ ਚ ਇਫੈਕਟ ਹੋਣੀਆਂ ਸੀ ਉਹ ਹੋਣੀ ਸ਼ੁਰੂ ਹੋ ਗਈਆਂ ਤੇ ਨੁਕਸਾਨ ਤਾਂ ਡੇਲੀ ਵਧ ਹੀ ਰਿਹਾ ਜੀ। ਫਿਰ ਵੀ ਲੋਕਾਂ ਨੂੰ ਰਾਹਤ ਕਦੋਂ ਤੱਕ ਮਿਲੇਗੀ ਜੇ ਇਦਾਂ ਹੀ ਇਸੇ ਤਰੀਕੇ ਨਾਲ ਚੱਲਦਾ ਰਿਹਾ? ਤੇ ਲੋਕਾਂ ਦੀ ਰਾਹਤ, ਕਿਉਂਕਿ ਅੱਗੇ ਕਿਸਾਨਾਂ ਦਾ ਜਿਹੜਾ ਟਾਈਮ ਆ, ਗੰਨੇ ਦੀ ਫਸਲ ਜਿਹੜੀ ਆ ਜਾਣੀ ਆ, ਵੱਡੀ ਮੁਸ਼ਕਲ ਆਉਣੀ ਆ ਕਿ ਕਿਸਾਨਾਂ ਨੇ ਇੱਕ ਫਸਲ ਲੈ ਕੇ ਆਉਣੀ ਹੈ ਇਸ ਰੋਡ ਰਾਹੀਂ। ਸਰ, ਗੱਲ ਇਹ ਹੈ ਕਿ ਲੋਕਾਂ ਨੂੰ ਰਾਹਤ ਜੀ, ਜਿੱਥੋਂ ਤੱਕ ਗੱਲ ਹੈ, ਕੰਮ ਕੰਪਲੀਟ ਕਰਨਾ ਤਾਂ ਮਟੀਰੀਅਲ ਤੋਂ ਬਿਨਾ ਮੇਰੇ ਲਈ ਅਸੰਭਵ ਹੀ ਹੈ। ਲੇਕਿਨ ਜਿੱਥੇ ਤੱਕ ਲੋਕਾਂ ਦਾ, ਮੈਂ ਇਹ ਤੁਹਾਡੇ ਕੈਮਰੇ ਤੋਂ, ਤੁਹਾਡੇ ਮਾਧਿਅਮ ਤੋਂ ਮੈਂ ਵਚਨਬੱਧ ਹਾਂ ਕਿ ਮੈਂ ਜਿੱਥੇ ਤੱਕ ਮੇਰਾ ਹੋਊਗਾ ਮੈਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿਆਂਗਾ। ਮੈਂ ਖੱਡੇ, ਚਾਹੇ ਜੋ ਮੇਰੇ ਕੋਲ ਇੱਥੇ ਮਟੀਰੀਅਲ ਮੈਂ ਖੱਡੇ ਭਰਾਂਗਾ, ਗੰਨੇ ਦਾ ਸੀਜ਼ਨ ਚੱਲਣ ਵਾਲਾ ਉਹ ਗੰਨੇ ਕਰਾਂਗਾ। ਜਿਹੜੇ ਮੇਰੇ ਸਟਰਕਚਰ ਨਹੀਂ ਚੱਲਦੇ ਮੈਂ ਉੱਥੇ ਪ੍ਰੋਪਰ ਸੇਫਟੀ ਕੀਤੀ ਵੀ ਹੋਈ ਤਾਂ ਤੇ ਫਿਊਚਰ 'ਚ ਕਰਕੇ ਵੀ ਰੱਖਾਂਗਾ ਤਾਂ ਕਿ ਆਉਣ ਵੇਲੇ ਕੋਈ ਕਿਸੇ ਨੂੰ ਪ੍ਰੋਬਲਮ ਨਾ ਆਵੇ। ਜੇ ਰਸਤੇ ਦੇ ਵਿੱਚ ਦੇਖ ਰਹੇ ਆ ਕੁਝ ਪੁਲ ਵੀ ਜਿਹੜੇ ਹਰੇ ਆ, ਉਹ ਜਿਹੜੇ ਬਣਦੇ ਪਏ ਸੀ ਉਹ ਰੁਕ ਚੁੱਕੇ ਨੇ। ਉਹ ਪੁਲ ਬਣਦੇ ਆ ਤੇ ਰਸਤੇ ਸ਼ੁਰੂ ਹੋਣੇ ਆ। ਰਸਤੇ ਕਿਉਂਕਿ ਜੇ ਹਲਵੇ ਗੱਲ ਕਰੀ, ਸਰਵਿਸ ਲਾਈਨ ਜਿਹੜੀ ਆ ਉਹ ਵੀ ਹਾਲ ਦੀ ਘੜੀ ਬੰਦ ਪਈ ਆ। ਹਾਂ ਸਰ, ਪੁਲ ਜਿਹੜੇ ਸ਼ੁਰੂ ਹੋ ਸਕਦੇ ਸੀ ਬਰਸਾਤ ਤੋਂ ਬਾਅਦ ਅਸੀਂ ਉਹ ਸ਼ੁਰੂ ਕਰ ਦਿੱਤੇ, ਲੇਕਿਨ ਜਿੰਨੇ ਕੁ ਪੁਲਾਂ ਦਾ ਕੰਮ ਹੈ ਮੈਂ ਕਰ ਸਕਦਾ ਉਹ ਮੈਂ ਕਰ ਹੀ ਰਿਹਾ। ਪੁਲ ਹੁਣ ਮੈਨੂੰ ਲੱਗਦਾ ਨਹੀਂ ਹੈ ਕੋਈ ਐਸਾ ਪੁਲ ਹੈਗਾ ਜਿਹਦੇ ਤੇ ਕੰਮ ਨਹੀਂ ਚੱਲਦਾ। ਲੋਕਾਂ ਨੂੰ ਕਦ ਤੱਕ ਰਾਹਤ ਮਿਲ ਜੇਗੀ? ਲੋਕ ਜਾਣਨਾ ਚਾਹੁੰਦੇ ਨੇ, ਲੋਕਾਂ ਨੂੰ ਕਦ ਤੱਕ ਰਾਹਤ ਮਿਲੇਗੀ? ਸਰ, ਲੋਕਾਂ ਨੂੰ ਕੰਪਲੀਟ ਰਾਹਤ ਤਾਂ ਮਾਈਨਿੰਗ ਪਾਲਿਸੀ ਕਲੀਅਰ ਹੋਣ ਤੋਂ ਬਾਅਦ ਹੀ ਮਿਲੇਗੀ, ਲੇਕਿਨ ਮੈਂ ਆਪਣੇ ਤੌਰ ਤੇ ਜਿੰਨਾ ਲੋਕਾਂ ਵਾਸਤੇ, ਮੈਂ ਆਪਣੀ ਪਬਲਿਕ ਵਾਸਤੇ ਕਰਾਂਗਾ, ਮੈਂ ਵਚਨਬੱਧ ਹਾਂ। ਦੁਬਾਰਾ ਇਸ ਗੱਲ ਨੂੰ ਦੁਹਰਾਉਂਦਾ, ਮੈਂ ਖੱਡੇ ਭਰਦਾ ਰਵਾਂਗਾ, ਲੋਕਾਂ ਨੂੰ ਪਰੇਸ਼ਾਨੀ ਮੈਂ ਨਹੀਂ ਆਉਣ ਦੇਵਾਂਗਾ। ਲੇਕਿਨ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਕਿ ਮੈਂ ਕੰਪਲੀਟ ਕਰ ਸਕਾਂ ਕੰਮ ਨੂੰ ਜਦੋਂ ਤੱਕ ਮਟੀਰੀਅਲ ਨਹੀਂ ਮਿਲਦਾ ਮੈਨੂੰ। ਪਰ ਸਰਕਾਰ ਵੱਲੋਂ ਕੁਝ ਪਾਲਿਸੀ ਹੁੰਦੀਆਂ ਜਿਹਦੇ ਅਕੋਰਡਿੰਗ ਤੁਹਾਨੂੰ ਕੋਈ ਜਾਂ ਬੋਨਸ ਮਿਲਣਾ ਹੁੰਦਾ, ਗਿਫਟ ਮਿਲਣਾ ਹੁੰਦਾ ਕਿ ਜਿਹੜਾ ਤੁਹਾਡਾ ਟਾਰਗੇਟ ਆ ਉਹਦੇ ਅੰਡਰ ਕੰਮ ਕਰਦੇ ਹੋ, ਤਾਂ ਸਰਕਾਰ ਦੀ ਕੁਝ ਪਾਲਿਸੀ ਹੁੰਦੀਆਂ, ਕਿ ਉਹ ਵੀ ਹੁਣ ਪਾਲਿਸੀਆਂ ਤੋਂ ਵਾਂਝੇ ਰਹਿ ਗਿਆ ਜੀ ਤੁਹਾਡਾ ਪ੍ਰੋਜੈਕਟ? ਸਰ ਹਾਂ, ਇਹ ਕੰਮ ਨੂੰ ਜਿਵੇਂ 18 ਮਹੀਨੇ ਦਾ ਸੀ, ਅਸੀਂ ਇਹਨੂੰ 12 ਮਹੀਨੇ 'ਚ ਖਤਮ ਕਰਨਾ ਸੀ। ਅਗਰ ਅਸੀਂ 12 ਮਹੀਨੇ 'ਚ ਖਤਮ ਕਰ ਦਿੰਦੇ ਤਾਂ ਸਾਨੂੰ 3-4% ਬੋਨਸ ਮਿਲਦਾ। ਔਰ ਅਸੀਂ ਬੜੇ ਕੰਪੀਟੀਸ਼ਨ ਤੇ ਅੱਜਕੱਲ ਕੰਮ ਕਰਦੇ ਹਾਂ, ਅਸੀਂ ਬੋਨਸ ਨੂੰ ਕਾਊਂਟ ਕਰਕੇ ਹੀ ਕੰਮ ਕਰਦੇ ਹਾਂ। ਲੇਕਿਨ ਹੁਣ ਮੈਨੂੰ ਇਹ ਵੀ ਸਭ ਤੋਂ ਵੱਡਾ ਨੁਕਸਾਨ ਹੈ, ਮੇਰਾ 4-5% ਬੋਨਸ ਤੋਂ ਮੈਂ ਵਾਂਝਾ ਹੀ ਰਹਿ ਗਿਆ ਜੀ। ਠੀਕ ਹੈ, ਹੁਣ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਕਿਉਂਕਿ ਕੇਂਦਰ ਸਰਕਾਰ ਦੀ ਵੀ ਸ਼ਮੂਲੀਅਤ ਹੁੰਦੀ ਹੈ ਤੇ ਸੂਬਾ ਸਰਕਾਰ ਦੀ ਵੀ ਜਿਹੜੀ ਆ ਸ਼ਮੂਲੀਅਤ ਹੁੰਦੀ ਹੈ ਸਾਰੇ ਕਾਰੋਬਾਰ ਕੰਪਲੀਟ ਕਰਾਉਣ 'ਚ। ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਨੂੰ? ਸਰ, ਮੇਰੀ ਦੋਨਾਂ ਸਰਕਾਰਾਂ ਨੂੰ ਇਹ ਰਿਕੁਐਸਟ ਹੈ ਕਿ ਜਿਸ ਦੇ ਵੀ ਐਂਡ ਤੇ ਇਹ ਕੰਮ ਰੁਕਿਆ ਹੋਇਆ ਉਹਨੂੰ ਜਲਦੀ ਦੇ ਕਲੀਅਰ ਕਰਤਾ, ਕਿਉਂਕਿ ਮੇਰਾ ਜਿਵੇਂ ਪ੍ਰੋਜੈਕਟ ਰੁਕਿਆ, ਮੇਰਾ ਬੜਾ ਛੋਟਾ ਜਿਹਾ ਕੰਮ ਹੈ। ਤੁਸੀਂ ਦੇਖੋ ਪੂਰੀ ਸਟੇਟ ਦੇ ਵਿੱਚ ਜਾਂ
ਬਹੁਤ ਸਾਰੇ ਕੰਮ ਬੜੇ ਕੰਮ ਲੱਗੇ ਹੋਏ ਆ। ਈਵਨ ਆਪਣੇ ਅੰਮ੍ਰਿਤਸਰ ਦੇ ਵਿੱਚ ਹੀ ਮੇਰੇ ਕੰਮ ਤੋਂ ਇਲਾਵਾ 6-7 ਕੰਮ ਬੜੇ ਚੱਲਦੇ ਆ, ਜਿਹੜੇ ਕਿ ਸਾਰੇ ਹੀ ਰੁਕੇ ਹੋਏ ਆ। ਮੇਰੀ ਗਵਰਨਮੈਂਟ ਨੂੰ ਹੱਥ ਬੰਨ੍ਹ ਕੇ ਇਹੀ ਅਪੀਲ ਹੈ ਕਿ ਸਰ ਇਹ ਜਲਦੀ ਤੋਂ ਜਲਦੀ ਮਾਈਨਿੰਗ ਕਲੀਅਰ ਕੀਤੇ ਜਾਵੇ, ਲੋਕਾਂ ਨਾਲ ਜੋ ਵੀ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਠੀਕ ਕਰਕੇ ਮਟੀਰੀਅਲ ਦੀ ਅਵੇਲੇਬਿਲਿਟੀ ਕਰਾਈ ਜਾਏ ਤਾਂ ਕਿ ਆਪਣੀ ਪਬਲਿਕ ਨੂੰ ਵੀ ਹਰਾਸ ਤੋਂ ਬਚਾਇਆ ਜਾਏ। ਤੁਸੀਂ ਵੇਖ ਰਹੇ ਹੋ ਕਿ ਲੋਕ ਖਾਸੇ ਪਰੇਸ਼ਾਨ ਨੇ, ਰੋਡ ਦੇ ਉੱਤੇ ਰੋਡ ਨਹੀਂ ਬਣ ਰਿਹਾ, ਰੋਡ ਕੰਪਲੀਟ ਨਹੀਂ ਹੋ ਰਿਹਾ, ਉਸ ਕਰਕੇ ਲੋਕ ਪਰੇਸ਼ਾਨ ਨੇ। ਪਰ ਜੇ ਗੱਲ ਕਰੀਏ ਅਫਸਰਾਂ ਦੀ, ਤੇ ਜਿਹੜੇ ਹਾਈਵੇ ਪ੍ਰੋਜੈਕਟ ਦੇ ਜਿਹੜੇ ਅਫਸਰ ਨੇ ਉਹ ਵੀ ਪਰੇਸ਼ਾਨ ਨੇ, ਕਿਉਂਕਿ ਸਮੇਂ ਸਿਰ ਮਟੀਰੀਅਲ ਨਾ ਮਿਲਣ ਕਰਕੇ, ਰੇਤਾ ਬੰਦ ਹੋਣ ਕਰਕੇ ਵੱਡੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਾਕੀ ਆਉਣ ਵਾਲੇ ਸਮੇਂ 'ਚ ਦੇਖਦੇ ਕਿ ਸਰਕਾਰ ਕਦ ਤੱਕ ਰੇਤ ਦੀਆਂ ਪਾਲਿਸੀਆਂ ਬਣਾਉਂਦੀ ਆ ਅਤੇ ਮਟੀਰੀਅਲ ਟਾਈਮ ਨਾਲ ਮਿਲਦਾ ਤੇ ਲੋਕਾਂ ਦਾ ਰੋਡ ਕਲੀਅਰ ਹੁੰਦਾ ਹੈ, ਲੋਕ ਖੁਸ਼ ਹੁੰਦੇ ਨੇ। ਤੁਸੀਂ ਜੁੜੇ ਰਹੋ ਇਦਾਂ ਹੀ ਪ੍ਰਾਈਮੋ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਪ੍ਰਾਈਮੋ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।